Hello students, I am Gurshan Singh Brad. Today we will do 11th history first chapter from the beginning of time. It is second lecture of this lesson. I will do line by line Punjabi explanation of this chapter. I suggest you to open your history CBSE book before you to understand better. The discovery of Australopithecus Olduvai Gorge 17 July 1959. Olduvai ਗੌਰਜ ਦੀ ਜੋ ਖੋਜ ਹੋਈ ਗੌਰਜ ਹੁੰਦਾ ਸੁਰੰਗ ਇਸ ਦੀ ਸੁਰੰਗ ਦੀ ਜਿਹੜੀ ਖੋਜ ਹੋਈ ਹੈ अर्ਲੀ 20th ਸੈਂਚਰੀ ਵਿੱਚ अर्ਲੀ 20th ਸੈਂਚਰੀ ਕਿਹੜੀ ਹੋ ਗਈ ਜੋ 1900 ਤੋਂ ਲੈ ਕੇ 2000 ਤੱਕ ਦੀ ਜੋ ਸੈਂਚਰੀ ਉਸ ਨੂੰ ਕੀ ਕਹਾਂਗੇ ਆਪਾਂ 20th ਸੈਂਚਰੀ ਤੇ 1900 ਤੋਂ ਬਾਅਦ ਸ਼ੁਰੂਆਤ ਦੇ ਵਿੱਚ ਹੀ ਉਸ ਨੂੰ ਕੀ ਕਹਾਂਗੇ ਆਪਾਂ अर्ਲੀ 20th ਸੈਂਚਰੀ ਇਸ ਵਿੱਚ ਇੱਕ ਜਰਮਨੀ ਦੇ बटरफ्लाई कलैक्टर द्वारा यह खोज की गई सी। मैरी ते लुइस लीकी जिन्हां ने 40 साल इत्थे काम कीता सी उन्हां ने एक इस ओल्देवाई जो सुरंग सी इस दी पहचान की। क्लीयर पता तो किस नूं लग्या सी सब तो पहला ओल्देवाई सुरंग की खोज किसने की? एक बटरफ्लाई कलैक्टर सी जर्मनी दे उन्हां ने ਅਤੇ ਬਾਅਦ ਵਿੱਚ ਇਸ ਦੀ ਪਹਿਚਾਣ ਕੀਤੀ ਕਿ ਇਹ ਸੁਰੰਗ ਦਾ ਮਨੁੱਖੀ ਇਤਿਹਾਸ ਦੇ ਨਾਲ ਕੀ ਸੰਬੰਧ ਹੈ। ਇਸ ਦੀ ਪਹਿਚਾਣ ਕਿਸਨੇ ਕੀਤੀ? ਮੈਰੀ ਤੇ ਲੁਇਸ ਲੀਕੀ ਨੇ। ਇਹਨਾਂ ਬਾਰੇ ਮੈਂ ਅੱਗੇ ਦੱਸਦਾ ਕਿ ਇਹ ਕੌਣ ਸਨ। ਇਹ ਮੈਰੀ ਲੀਕੀ ਜੋ ਸੀ ਉਹ ਡਾਇਰੈਕਟਰ ਕਰਦੀ ਸੀ, ਡਾਇਰੈਕਸ਼ਨ ਦਿੰਦੀ ਸੀ ਕਿਸ ਚੀਜ਼ ਨੂੰ? ਭਾਵ ਅਗਵਾਈ ਕਰਦੀ ਸੀ ਆਰਕੀਓਲੋਜੀਕਲ ਐਕਸਕੇਵੇਸ਼ਨ ਜੋ ਕਿੱਥੇ ਹੁੰਦੀਆਂ ਸੀ? ओल्देवाई ਅਤੇ लियोटोली विच। यह जगह के नाम है ओल्देवाई गॉर्ज क्यों कहते हैं? यह जगह का नाम सी ओल्देवाई। अते लियोटोली दे विच जिन्नियां भी एक्सकेवेशन वगैरह होंदियां ना इस दी अगवाई कौन करती सी? मैरी लीकी करती सी। क्लीयर जो कि डायरैक्टर सी इस जो आर्कोलॉजिकल एक्सकेवेशन होंदियां आर्कोलॉजिकल खुदाइयां होंदियां इस दी की सी? यह डायरैक्टर सी। उस तो बाद ਤੇ ਇਸਨੇ ਬਹੁਤ ਸਾਰੀਆਂ ਆਕਰਸ਼ਿਤ ਖੋਜਾਂ ਵੀ ਕੀਤੀਆਂ, ਹੋਰ ਵੀ ਬਹੁਤ ਸਾਰੀਆਂ ਆਕਰਸ਼ਿਤ ਇਹਨਾਂ ਨੇ ਖੋਜਾਂ ਕੀਤੀਆਂ ਸੀ ਮੈਰੀ ਲੀਕੀ ਨੇ। ਇਹੀ ਕਾਰਨ ਹੈ ਕਿ ਲੁਇਸ ਲੀਕੀ ਜੋ ਕਿ ਇਹਨਾਂ ਦੇ ਹਸਬੈਂਡ ਹੀ ਸਨ ਨੇ ਆਪਣੀਆਂ ਬਹੁਤ ਹੀ ਰਿਮਾਰਕੇਬਲ ਖੋਜਾਂ ਵਿੱਚ ਇਸ ਇੱਕ ਬਹੁਤ ਹੀ ਇੰਟਰਸਟਿੰਗ ਖੋਜ ਬਾਰੇ ਲਿਖਿਆ। ਜੋ ਇਹ ओल्देवाई गॉर्ज ਦੀ ਖੋਜ ਕੀਤੀ ਨਾ, ਸੁਰੰਗ ਦੀ ਖੋਜ ਹੋਈ, ਇਸ ਦੇ ਬਾਰੇ ਕੀ ਹੈ? ਇਸ ਦੇ ਹਸਬੈਂਡ ਨੇ ਲੁਇਸ ਲੀਕੀ ਨੇ ਆਪਣੀਆਂ ਬਹੁਤ ਹੀ ਇੰਟਰਸਟਿੰਗ ਜੋ ਖੋਜਾਂ ਹੋਰ ਵੀ ਹੋਈਆਂ ਕੀਤੀਆਂ ਇਹਨਾਂ ਨੇ, ਉਹਨਾਂ ਵਿੱਚੋਂ ਇਸ ਖੋਜ ਬਾਰੇ ਵਿਸ਼ੇਸ਼ ਤੌਰ ਤੇ ਲਿਖਿਆ। ਕੀ ਲਿਖ ਰਹੇ ਨੇ ਇਹਨਾਂ ਦੇ ਜੋ ਹਸਬੈਂਡ ਸਨ ਲੁਇਸ ਲੀਕੀ ਸਨ? ਉਹ ਕੀ ਲਿਖ ਰਹੇ ਨੇ? ਉਸ ਦਿਨ ਜਦ ਮੈਂ ਸਵੇਰੇ ਉੱਠਿਆ ਤਾਂ ਮੇਰੇ ਸਿਰ ਵਿੱਚ ਦਰਦ ਸੀ ਅਤੇ ਹਲਕਾ ਜਿਹਾ ਬੁਖਾਰ ਵੀ ਸੀ। ਲਾਈਨ ਬਾਈ ਲਾਈਨ ਐਕਸਪਲੇਨੇਸ਼ਨ ਕਰ ਰਿਹਾ ਮੈਂ। ਅਣਮੰਨੇ ਜੇ ਮਨ ਨਾਲ ਮੈਂ ਮੰਨ ਲਿਆ ਕਿ ਅੱਜ ਦਾ ਦਿਨ ਮੈਂ ਕੈਂਪ ਵਿੱਚ ਹੀ ਬਿਤਾਵਾਂਗਾ। ਹੁਣ ਜਦ ਸਾਡੇ ਵਿੱਚੋਂ ਇੱਕ ਬੰਦਾ ਕੰਮ ਤੇ ਨਾ ਗਿਆ ਹੋਵੇ ਤਾਂ ਦੂਜੇ ਵਾਸਤੇ ਇਹ ਜ਼ਰੂਰੀ ਹੋ ਜਾਂਦਾ ਸੀ ਕਿ ਉਹ ਕੰਮ ਤੇ ਜ਼ਰੂਰ ਜਾਵੇ, ਕਿਉਂਕਿ ਜੇ ਇਹ ਜੋ ਸਾਡਾ 7 ਹਫ਼ਤਿਆਂ ਦਾ ਸੀਜ਼ਨ ਸੀ ਨਾ ਉਹ ਵੀ ਖਤਮ ਹੋ ਰਿਹਾ ਸੀ। ਇਸ ਲਈ ਮੈਰੀ ਖੁਦਾਈ ਵਾਸਤੇ ਚਲੀ ਗਈ। ਆਪਣੀ ਵਾਈਫ ਬਾਰੇ ਦੱਸ ਰਿਹਾ ਹੈ ਜੋ ਮੈਰੀ ਲੀਕੀ ਸੀ। ਕੀ ਕਹਿ ਰਹੇ ਨੇ ਉਹ? ਵੀ ਉਹ ਮੈਰੀ ਲੀਕੀ ਖੁਦਾਈ ਵਾਸਤੇ ਚਲੀ ਗਈ। ਲੁਇਸ ਲੀਕੀ ਇਹ ਗੱਲ ਸੁਣਾ ਰਹੇ ਨੇ ਸਾਰੀ ਕਿ ਉਹਨਾਂ ਦੀ ਪਤਨੀ ਜੋ ਮੈਰੀ ਲੀਕੀ ਸੀ ਉਹ ਖੁਦਾਈ ਵਾਸਤੇ ਚਲੀ ਗਈ ਆਪਣੇ 2 ਕੁੱਤਿਆਂ ਨਾਲ ਜਿਨ੍ਹਾਂ ਦੇ ਨਾਮ ਸੈਲੀ ਅਤੇ ਟੂਰਸ ਸਨ। ਉਹ ਲੈਂਡ ਰੋਵਰ ਤੇ ਗਏ ਜੋ ਕਿ ਇੱਕ ਜੀਪ ਵਰਗਾ ਵਹੀਕਲ ਸੀ ਤੇ ਮੈਂ ਕੈਂਪ ਵਿੱਚ ਹੀ ਰਿਹਾ। ਹੁਣ ਕੁਝ ਸਮੇਂ ਬਾਅਦ ਸ਼ਾਇਦ ਮੈਨੂੰ ਕੁਝ ਨੀਂਦ ਆ ਗਈ ਹੋਵੇਗੀ। ਮੈਂ ਆਵਾਜ਼ ਸੁਣੀ ਕਿ ਲੈਂਡ ਰੋਵਰ ਤੇਜ਼ੀ ਨਾਲ ਕੈਂਪ ਵੱਲ ਆ ਰਹੀ ਸੀ। ਉਹ ਜਿਹੜੇ ਵਹੀਕਲ ਤੇ ਗਏ ਸੀ ਨਾ ਉਹ ਕੀ ਆ? ਵਾਪਸ ਤੇਜ਼ੀ ਨਾਲ ਕੈਂਪ ਦੇ ਵੱਲ ਹੀ ਉਹ ਵਹੀਕਲ ਆ ਰਿਹਾ ਸੀ। ਮੈਨੂੰ ਅਜਿਹਾ ਲੱਗਿਆ ਕਿ ਮੈਰੀ ਨੂੰ ਸ਼ਾਇਦ ਕਿਸੇ ਬਿੱਛੂ ਨੇ ਜਾਂ ਕਿਸੇ ਸੱਪ ਨੇ ਕੱਟ ਲਿਆ ਹੋਵੇ ਜੋ ਸ਼ਾਇਦ ਕੁੱਤਿਆਂ ਤੋਂ ਬਚ ਕੇ ਲੰਘ ਗਿਆ ਹੋਵੇਗਾ। ਲੈਂਡ ਰੋਵਰ ਬਹੁਤ ਤੇਜ਼ੀ ਨਾਲ ਆ ਕੇ ਰੁਕੀ ਤੇ ਮੈਨੂੰ ਮੈਰੀ ਦੀ ਵਾਰ-ਵਾਰ ਆਉਂਦੀ ਆਵਾਜ਼ ਸੁਣ ਰਹੀ ਸੀ, ਮੈਨੂੰ ਮਿਲ ਗਿਆ ਹੈ, ਮੈਨੂੰ ਮਿਲ ਗਿਆ ਹੈ। ਮੈਂ ਉਸ ਦੀ ਗੱਲ ਸਮਝ ਨਹੀਂ ਪਾਇਆ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ, ਕਲੀਅਰ ਹੀ ਹੈ ਇਹ ਗੱਲ, ਜੋ ਲੁਇਸ ਲੀਕੀ ਸਨ ਸ਼ਾਇਦ ਸੁੱਤੇ ਉੱਠੇ ਸਨ, ਉਹ ਸਿਰ ਦਰਦ ਵੀ ਸੀ ਤਾਂ ਉਹ ਬੋਲੇ ਮਿਲ ਗਿਆ। ਕੀ ਮਿਲ ਗਿਆ? ਕੋਈ ਚੋਟ ਲੱਗ ਗਈ?
कि ਜਾਂ ਤਾਂ ਮੈਰੀ ਕੀ ਬੋਲਦੀ ਹੈ, ਉਹ ਮਿਲ ਗਿਆ ਆਪਣਾ ਉਹ ਆਦਮੀ ਜਿਸ ਨੂੰ ਆਪਾਂ ਲੱਭ ਰਹੇ ਸੀ, ਜਿਸ ਨੂੰ ਅਸੀਂ ਪਿਛਲੇ 23 ਸਾਲਾਂ ਤੋਂ ਲੱਭ ਰਹੇ ਸੀ। ਜਲਦੀ ਆਓ, ਮੈਨੂੰ ਉਸਦੇ ਦੰਦ ਮਿਲ ਗਏ ਹਨ। ਇਸ ਤਰ੍ਹਾਂ ਮੈਰੀ ਲੀਕੀ ਕੀ ਹੈ, ਆਪਣੇ ਹਸਬੈਂਡ ਲੂਇਸ ਲੀਕੀ ਨੂੰ ਆ ਕੇ ਦੱਸਦੀ ਹੈ ਕਿ ਜਿਸ ਵਿਅਕਤੀ ਨੂੰ ਆਪਾਂ ਪਿਛਲੇ 23 ਸਾਲਾਂ ਤੋਂ ਲੱਭ ਰਹੇ ਸੀ ਨਾ, ਤੇ ਉਹ ਕੀ ਹੈ, ਮੈਨੂੰ ਮਿਲ ਗਿਆ ਹੈ। ਕਿਉਂਕਿ ਇਹ ਆਰਕੀਓਲੋਜੀ ਦਾ ਕੰਮ ਹੀ ਕਰਦੇ ਸਨ, ਖੋਜਾਂ ਕਰਦੇ ਸਨ। ਜੋ ਕੋਈ ਦਫਨ ਹੋਈਆਂ ਚੀਜ਼ਾਂ ਹਨ ਜਾਂ ਕੋਈ ਪੁਰਾਣੇ ਇਤਿਹਾਸ ਬਾਰੇ ਪਤਾ ਲੱਗ ਜਾਵੇ ਤਾਂ ਉਹਦੇ ਬਾਰੇ ਇਹ ਖੋਜਾਂ ਕਰਦੇ ਸਨ। ਤੇ ਮੈਰੀ ਲੀਕੀ ਨੂੰ ਕੀ ਮਿਲ ਗਿਆ ਸੀ, ਜੋ ਇਹ 23 ਸਾਲਾਂ ਤੋਂ ਕੋਈ ਮਨੁੱਖਾਂ ਬਾਰੇ ਜੋ ਖੋਜਾਂ ਕਰ ਰਹੇ ਸਨ ਨਾ, ਕੋਈ ਪੁਰਾਣਾ ਮਨੁੱਖ ਵੀ ਕਦੋਂ ਸ਼ੁਰੂਆਤ ਹੋਈ ਮਨੁੱਖ ਦੀ, ਉਹ ਪਿੰਜਰ ਮਿਲ ਗਿਆ ਸੀ। ਜੋ ਰਿਮੇਨਸ ਮਿਲੇ ਹਨ, ਰਹਿੰਦ ਖੂੰਹਦ ਮਿਲੀ ਹੈ ਅਰਲੀ ਹਿਊਮਨਸ ਦੀ, ਉਸ ਨੂੰ ਅਸੀਂ ਅਲੱਗ-ਅਲੱਗ ਸਪੀਸੀਜ਼ ਭਾਵ ਅਲੱਗ-ਅਲੱਗ ਜਾਤੀਆਂ ਵਿੱਚ ਵੰਡਦੇ ਹਾਂ। ਇਹ ਅਕਸਰ ਇੱਕ ਦੂਜੇ ਤੋਂ ਭਿੰਨ ਹੁੰਦੇ ਹਨ। ਇਹਨਾਂ ਦੀਆਂ ਹੱਡੀਆਂ ਦੇ ਢਾਂਚੇ ਦੇ ਆਧਾਰ ਉੱਤੇ ਇਹ ਭਿੰਨ ਹੁੰਦੇ ਆ। ਉਦਾਹਰਨ ਦੇ ਤੌਰ ਤੇ ਜੋ ਅਰਲੀ ਹਿਊਮਨਸ ਦੀਆਂ ਜਾਤੀਆਂ ਹਨ ਉਹ ਅਲੱਗ-ਅਲੱਗ ਹਨ। ਉਹਨਾਂ ਦੀਆਂ ਖੋਪੜੀਆਂ ਤੇ ਜੁਬਾੜਿਆਂ ਦੇ ਸਾਈਜ਼ ਦੇ ਆਧਾਰ ਉੱਤੇ ਇਹਨਾਂ ਦੇ ਵਿੱਚ ਫਰਕ ਹਨ। ਜੋ ਇਹ ਕਰੈਕਟਰਿਸਟਿਕਸ ਮਿਲੇ ਹਨ ਜਾਂ ਅਸੀਂ ਕਹਿ ਰਹੇ ਹਾਂ ਕਿ ਇਹ ਉਹਨਾਂ ਵਿੱਚ ਹੋਣਗੇ, ਇਹ ਅਸੀਂ ਕਹਿ ਰਹੇ ਹਾਂ ਇੱਕ ਪੋਜ਼ਿਟਿਵ ਫੀਡਬੈਕ ਮੈਕੈਨਿਜ਼ਮ ਦੀ ਵਜ੍ਹਾ ਨਾਲ ਕਹਿ ਰਹੇ ਹਾਂ। ਇੱਥੇ ਤੁਹਾਡੇ ਸਾਹਮਣੇ ਇੱਕ ਬਾਕਸ ਦਿੱਤਾ ਹੋਇਆ ਹੈ। ਜਦ ਐਰੋ ਬਾਕਸ ਦੇ ਵੱਲ ਪੁਆਇੰਟ ਕਰ ਰਹੇ ਹਾਂ ਕਿ ਕੋਈ ਖਾਸ ਡਿਵੈਲਪਮੈਂਟ ਉਸ ਸਮੇਂ ਕਿਵੇਂ ਹੋਇਆ ਹੋਵੇਗਾ। ਜਿਵੇਂ ਕਿ ਸਭ ਤੋਂ ਪਹਿਲਾਂ ਹੈ, ਕੀ ਲਿਖਿਆ ਹੋਇਆ ਹੈ, ਇਨਕਰੀਜ਼ ਇਨ ਸਾਈਜ਼ ਐਂਡ ਕੈਪੈਸਿਟੀ ਆਫ ਬ੍ਰੇਨ। ਇਨਕਰੀਜ਼ਸ ਇਨ ਸਾਈਜ਼ ਐਂਡ ਕੈਪੈਸਿਟੀ ਆਫ ਬ੍ਰੇਨ। ਹੁਣ ਜਦੋਂ ਸਾਈਜ਼ ਤੇ ਕੈਪੈਸਿਟੀ ਵਧੀ ਬ੍ਰੇਨ ਦੀ ਤਾਂ ਕੀ ਕਰਨਾ ਸ਼ੁਰੂ ਕੀਤਾ, ਜਿਵੇਂ ਹੇਠਾਂ ਬਾਕਸ ਵਿੱਚ ਦੱਸਿਆ ਗਿਆ ਹੈ। ਵਿਜ਼ੂਅਲ ਸਰਵੀਲੈਂਸ ਭਾਵ ਆਸੇ-ਪਾਸੇ ਦੀ ਨਿਗਾਹ ਰੱਖਣਾ। ਕਲੀਅਰ। ਭੋਜਨ ਤੇ ਸ਼ਿਕਾਰ ਦੀ ਭਾਲ ਵਿੱਚ ਦੂਰ ਤੱਕ ਚਲੇ ਜਾਣਾ। ਅਪਰਾਈਟ ਵਾਕਿੰਗ ਭਾਵ ਜਦ ਸਿੱਧਾ ਚੱਲਣਾ ਸ਼ੁਰੂ ਕਰ ਦਿੱਤਾ ਤਾਂ ਹੈਂਡਸ ਫ੍ਰੀ ਹੋ ਗਏ ਫॉर ਯੂਜ਼ਿੰਗ ਟੂਲਸ ਐਂਡ ਕੈਰਿੰਗ ਇਨਫੈਂਟਸ ਬੱਚਿਆਂ ਨੂੰ ਕਹਿ ਦਿੰਦੇ ਆ, ਜਾਂ ਹੋਰ ਓਬਜੈਕਟਸ ਚੱਕਣ ਦੇ ਲਈ ਹੱਥ ਉਹਨਾਂ ਦੇ ਫ੍ਰੀ ਹੋ ਗਏ ਜਦ ਕਿ ਇਹ ਮਨੁੱਖ ਨੇ ਸਿੱਧਾ ਚੱਲਣਾ ਸ਼ੁਰੂ ਕਰ ਦਿੱਤਾ ਸੀ। ਡਾਇਗਰਾਮ ਦੇ ਥੱਲੇ ਪੜ੍ਹਦੇ ਹਾਂ ਹੁਣ। ਉਦਾਹਰਨ ਦੇ ਤੌਰ ਤੇ ਬਾਈਪੈਡਲਿਜ਼ਮ ਭਾਵ ਦੋ ਪੈਰਾਂ ਤੇ ਚੱਲਣਾ। ਇਸ ਗੱਲ ਨਾਲ ਮਨੁੱਖ ਦੇ ਹੱਥ ਬੱਚਿਆਂ ਨੂੰ ਚੁੱਕਣ ਤੇ ਚੀਜ਼ਾਂ ਨੂੰ ਚੁੱਕਣ ਲਈ ਆਜ਼ਾਦ ਹੋ ਗਏ। ਇਸ ਤੋਂ ਬਾਅਦ ਜਦ ਹੱਥਾਂ ਦੀਆਂ ਵੱਧ ਤੋਂ ਵੱਧ ਹੱਥਾਂ ਦੀ ਵਰਤੋਂ ਕੀਤੀ ਜਾਣ ਲੱਗੀ ਤਾਂ ਮਨੁੱਖ ਨੇ ਜ਼ਿਆਦਾ ਕੁਸ਼ਲਤਾ ਨਾਲ ਸਿੱਧਾ ਚੱਲਣਾ ਸ਼ੁਰੂ ਕਰ ਦਿੱਤਾ। ਹੱਥਾਂ ਦੀ ਹੁਣ ਵਰਤੋਂ ਮਨੁੱਖ ਕਰਨੀ ਸ਼ੁਰੂ ਕਰ ਦਿੱਤੀ ਮਨੁੱਖ ਨੇ, ਤੇ ਜ਼ਿਆਦਾ ਕੁਸ਼ਲਤਾ ਦੇ ਨਾਲ ਸਿੱਧਾ ਚੱਲਣਾ ਸ਼ੁਰੂ ਕਰ ਦਿੱਤਾ। ਹੱਥ ਫ੍ਰੀ ਹੋਣ ਨਾਲ ਕਈ ਕੰਮਾਂ ਵਿੱਚ ਤਾਂ ਫਾਇਦਾ ਹੋਇਆ ਹੀ, ਨਾਲ ਐਨਰਜੀ ਵੀ ਘੱਟ ਯੂਜ਼ ਹੁੰਦੀ ਸੀ। ਹੁਣ ਮਨੁੱਖ ਦੀ ਐਨਰਜੀ ਘੱਟ ਯੂਜ਼ ਹੁੰਦੀ ਸੀ। ਪਹਿਲਾਂ ਜਿਵੇਂ ਜਦੋਂ ਚੱਲਦਾ ਸੀ ਉਸਦੇ ਪੈਰਾਂ ਤੇ ਹੱਥਾਂ ਦੋਵਾਂ ਨਾਲ ਚੱਲਦਾ ਸੀ, ਐਨਰਜੀ ਵੱਧ ਯੂਜ਼ ਹੁੰਦੀ ਸੀ। ਹੁਣ ਕੀ ਹੈ, ਜਦ ਦੋ ਪੈਰਾਂ ਤੇ ਹੀ ਚੱਲਣਾ ਸ਼ੁਰੂ ਕਰ ਦਿੱਤਾ ਤਾਂ ਐਨਰਜੀ ਘੱਟ ਯੂਜ਼ ਹੁੰਦੀ ਸੀ। ਜਦ ਚੱਲਦੇ ਸੀ ਉਸਦੇ ਮੁਕਾਬਲੇ ਹੁਣ ਇਹ ਕੀ ਹੈ, ਹੁਣ ਜਦ ਚਾਰ ਪੈਰਾਂ ਤੇ ਚੱਲਦਾ ਸੀ ਉਹਦੇ ਮੁਕਾਬਲੇ ਹੁਣ ਕੀ ਹੈ, ਐਨਰਜੀ ਘੱਟ ਯੂਜ਼ ਹੋਣ ਲੱਗ ਪਈ। ਤੇ ਜਿਹੜੀ ਇਹ ਐਨਰਜੀ ਬਚਦੀ ਸੀ ਇਹ ਦੌੜਨ ਦੇ ਵਿੱਚ ਯੂਜ਼ ਕਰਦਾ ਸੀ ਮਨੁੱਖ। ਇਹ ਜੋ ਦੋ ਪੈਰਾਂ ਤੇ ਚੱਲਣ ਦੇ ਇਨਡਾਇਰੈਕਟਲੀ ਸਾਨੂੰ ਸਬੂਤ ਮਿਲਦੇ ਹਨ, ਇਹ ਇੰਨੇ ਪੁਰਾਣੇ ਹਨ ਜਿਵੇਂ ਕਿ 3.6 MYA, ਜਿਵੇਂ 3.6 ਮਿਲੀਅਨ ਈਅਰਸ ਅਗੋ ਦੀ ਗੱਲ ਹੋਵੇ, ਜਿੱਥੋਂ ਸਾਨੂੰ ਸਬੂਤ ਮਿਲਦੇ ਆ ਕਿ ਮਨੁੱਖ ਨੇ ਦੋ ਪੈਰਾਂ ਤੇ ਚੱਲਣਾ ਸ਼ੁਰੂ ਕੀਤਾ ਸੀ, ਚੱਲਦਾ ਹੁੰਦਾ ਸੀ ਮਨੁੱਖ। ਇਹ ਜੋ ਸਬੂਤ ਮਿਲਿਆ ਹੈ ਦੋ ਪੈਰਾਂ ਤੇ ਚੱਲਣ ਦਾ, ਇਹ ਸਾਨੂੰ ਫੋਸਿਲਾਈਜ਼ਡ ਹੋ ਚੁੱਕੇ ਹੋਮਿਨਿਡ ਫੁੱਟਪ੍ਰਿੰਟਸ ਤੋਂ ਮਿਲਿਆ ਹੈ। ਫੋਸਿਲਾਈਜ਼ਡ ਕੀ ਹੈ, ਜੋ ਪਥਰਾਟ ਰੂਪ ਧਾਰਨ ਕਰ ਚੁੱਕੇ ਨਾ, ਹੋਮਿਨਿਡ ਮਨੁੱਖ ਦੀ ਜੋ ਪ੍ਰਜਾਤੀ ਸੀ ਉਹਦੇ ਫੁੱਟਪ੍ਰਿੰਟਸ ਪਥਰਾਟ ਰੂਪ ਜੋ ਧਾਰਨ ਕਰ ਚੁੱਕੇ ਸਨ, ਉਹ ਸਾਨੂੰ ਮਿਲੇ। ਉਸ ਤੋਂ ਪਤਾ ਲੱਗਿਆ ਲਿਓਟੋਲੀ ਤਨਜ਼ਾਨੀਆ ਦੇ ਵਿੱਚ, ਇਹ ਜਗ੍ਹਾ ਹੈ ਤਨਜ਼ਾਨੀਆ ਦੇ ਵਿੱਚ ਲਿਓਟੋਲੀ, ਉੱਥੋਂ ਇਹ ਸਬੂਤ ਮਿਲਿਆ। ਅਤੇ ਜੋ ਫੋਸਲ ਲਿੰਬ ਬੋਨਸ ਮਿਲੀਆਂ ਹਨ, ਹੱਡੀਆਂ ਮਿਲੀਆਂ ਹਨ ਫੋਸਲ ਰੂਪ ਧਾਰਨ ਕਰ ਚੁੱਕੀਆਂ ਮਨੁੱਖੀ ਪਿੰਜਰ ਦੀਆਂ ਹੱਡੀਆਂ, ਹੈਦਰ
ਇਥੋਪੀਆ ਤੋਂ ਇਹ ਜ਼ਿਆਦਾ ਸਪਸ਼ਟ ਸਬੂਤ ਦਿੰਦੀਆਂ ਹਨ ਬਾਇਓਪੈਡਾਲਿਜ਼ਮ ਦਾ। ਜੋ ਹੈਦਰ ਜਗ੍ਹਾ ਹੈ ਇਥੋਪੀਆ ਦੇ ਵਿੱਚ, ਉੱਥੋਂ ਹੱਡੀਆਂ ਜੋ ਮਿਲੀਆਂ ਹਨ ਨਾ, ਮਨੁੱਖੀ ਸਰੀਰ ਮਿਲਿਆ ਹੈ, ਉਸ ਨੂੰ ਵੇਖ ਕੇ ਕੀ ਪਤਾ ਲੱਗਦਾ ਹੈ ਕਿ ਮਨੁੱਖ 2 ਪੈਰਾਂ ਤੇ ਚੱਲਦਾ ਸੀ। ਲਗਭਗ 2.5 MYA ਦੀ ਗੱਲ ਕਰੀਏ ਤਾਂ ਉਹ ਸਮਾਂ ਸੀ ਬਰਫ਼ ਯੁੱਗ ਦਾ। ਵੀ ਅੱਜ ਤੋਂ ਜੇਕਰ ਆਪਾਂ 2.5 MYA ਜਾਣੀ ਕਿ ਮਿਲੀਅਨ ਈਅਰਸ ਅਗੋ, 1 ਮਿਲੀਅਨ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ 10 ਲੱਖ ਸਾਲ ਹੁੰਦੇ ਆ, ਕਲੀਅਰ। ਤਾਂ 2.5 ਕਿੰਨੇ ਹੋ ਗਏ, ਲਗਭਗ 25 ਲੱਖ ਸਾਲ ਦੀ ਗੱਲ ਕਰੀਏ ਪੁਰਾਣੀ, ਤਾਂ ਉਹ ਸਮਾਂ ਸੀ ਬਰਫ਼ ਯੁੱਗ ਦਾ, ਜਦ ਧਰਤੀ ਦਾ ਬਹੁਤਾ ਹਿੱਸਾ ਬਰਫ਼ ਨਾਲ ਢਕਿਆ ਰਹਿੰਦਾ ਸੀ। ਉਸ ਸਮੇਂ ਮੌਸਮ ਤੇ ਬਨਸਪਤੀ ਵਿੱਚ ਵੱਡੇ ਵੱਡੇ ਬਦਲਾਅ ਹੋਏ। ਜਿਵੇਂ ਜਿਵੇਂ ਟੈਂਪਰੇਚਰ ਘਟਿਆ ਤੇ ਰੇਨਫਾਲ ਘਟੀ, ਜੋ ਗ੍ਰਾਸਲੈਂਡ ਦੇ ਏਰੀਆ ਸੀ ਉਹ ਵਧਣੇ ਸ਼ੁਰੂ ਹੋ ਗਏ ਕਿ ਜੰਗਲ ਬਣਨ ਲੱਗੇ। ਇਸ ਦੇ ਨਾਲ ਕੀ ਹੋਇਆ ਕਿ ਜੋ ਸ਼ੁਰੂ ਦੀ ਕਿਸਮ ਸੀ ਆਸਟ੍ਰੇਲੋਪਿਥੀਕਸ ਦੀ, ਉਹ ਖਤਮ ਹੋਣ ਲੱਗੀ ਤੇ ਨਾਲ ਹੀ ਇੱਕ ਇਹੋ ਜਿਹੀ ਪ੍ਰਜਾਤੀ ਆਈ ਜੋ ਸੁੱਕੇ ਮੌਸਮ ਦੇ ਅਨੁਕੂਲ ਸੀ। ਇਹਨਾਂ ਵਿੱਚ ਜੈਨਸ ਹੋਮੋ ਦੇ ਰਿਪਰੈਜ਼ੈਂਟੇਟਿਵ ਜ਼ਿਆਦਾ ਸਨ। ਜਿੱਥੋਂ ਹੋਮੋ ਪ੍ਰਜਾਤੀ ਆਸਟ੍ਰੇਲੋਪਿਥੀਕਸ ਤੋਂ ਬਾਅਦ ਕੀ ਸ਼ੁਰੂ ਹੋਈ, ਹੋਮੋ। ਹੋਮੋ ਲੈਟਿਨ ਵਰਡ ਹੈ ਜਿਸ ਦਾ ਅਰਥ ਹੈ ਮੈਨ, ਆਦਮੀ। ਭਾਵੇਂ ਔਰਤਾਂ ਵੀ ਸੀ। ਸਾਇੰਟਿਸਟਸ ਨੇ ਫਰਕ ਵੀ ਕੀਤਾ ਹੈ, ਅਲੱਗ-ਅਲੱਗ ਤਰ੍ਹਾਂ ਦੇ ਹੋਮੋ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੇ ਹੋਮੋ ਸੀਗੇ। ਇਹ ਨਾਮ ਜੋ ਅਲੱਗ-ਅਲੱਗ ਜਾਤੀਆਂ ਨੂੰ ਦਿੱਤੇ ਗਏ, ਇਹ ਉਹਨਾਂ ਦੀਆਂ ਅਲੱਗ-ਅਲੱਗ ਕੁਆਲਿਟੀ ਦੇ ਆਧਾਰ ਉੱਤੇ ਦਿੱਤੇ ਗਏ ਸਨ। ਅਲੱਗ-ਅਲੱਗ ਨਾਮ ਦਿੱਤੇ ਗਏ ਹੋਮੋਜ਼ ਨੂੰ ਉਦੋਂ, ਉਹਨਾਂ ਦੀ ਕੁਆਲਿਟੀ ਦੇ ਆਧਾਰ ਤੇ। ਇਸ ਲਈ ਫੋਸਿਲਸ ਦੀ ਵੰਡ ਕੀਤੀ ਗਈ ਹੈ, ਜਿਵੇਂ ਕਿ ਹੋਮੋ ਹੈਬਿਲਸ ਜੋ ਫੋਸਿਲਸ ਮਿਲੇ ਆ ਨਾ, ਇਹ ਪਥਰਾਟ ਰੂਪ ਵੀ ਮਿਲੇ ਆ ਸਾਨੂੰ ਅਲੱਗ-ਅਲੱਗ ਮਨੁੱਖਾਂ ਦੇ, ਫੋਸਿਲਸ ਕਹਿ ਦਿੰਦੇ ਉਹਨਾਂ ਨੂੰ ਆਪਾਂ। ਅਲੱਗ-ਅਲੱਗ ਨਾਮ ਉਹਨਾਂ ਨੂੰ ਕਿਵੇਂ ਦਿੱਤੇ ਗਏ, ਹੋਮੋ ਹੈਬਿਲਸ, ਯਾਨੀ ਕਿ ਟੂਲ ਮੇਕਰ ਸੀ ਜੋ, ਕਲੀਅਰ, ਉਸਨੂੰ ਹੋਮੋ ਹੈਬਿਲਸ ਦਾ ਨਾਮ ਦਿੱਤਾ ਗਿਆ। ਟੂਲ ਮੇਕਰ ਮਨੁੱਖ ਸੀਗੇ ਉਹ। ਹੋਮੋ ਇਰੈਕਟਸ, ਇਰੈਕਟਸ ਕੀ ਹੁੰਦਾ ਹੈ, ਅਪਰਾਈਟ ਮੈਨ, ਭਾਵ ਸਿੱਧਾ ਖੜਾ ਹੋਣ ਵਾਲਾ ਵਿਅਕਤੀ, ਹੋਮੋ ਇਰੈਕਟਸ ਦਾ ਨਾਮ ਦਿੱਤਾ ਗਿਆ। ਐਂਡ ਉਸ ਤੋਂ ਅੱਗੇ ਕੀ ਹੈ, ਹੋਮੋ ਸੈਪੀਅਨਸ। ਹੋਮੋ ਸੈਪੀਅਨ ਇੱਕ ਪਿੰਜਰ ਨੂੰ ਨਾਮ ਦਿੱਤਾ ਗਿਆ। ਦਾ ਵਾਇਸ ਔਰ ਥਿੰਕਿੰਗ ਮੈਨ ਇਸ ਨੂੰ ਕਹਾਂਗੇ, ਹੋਮੋ ਸੈਪੀਅਨ ਭਾਵ ਸੋਚਣ ਵਿਚਾਰਨ ਵਾਲਾ ਵਿਅਕਤੀ। ਇਸ ਤਰ੍ਹਾਂ ਅਲੱਗ-ਅਲੱਗ ਹੋਮੋ ਦੀ ਵੀ ਡਿਵਾਈਡੇਸ਼ਨ ਕੀਤੀ ਗਈ। ਫੋਸਿਲਸ ਜੋ ਹੋਮੋ ਹੈਬਿਲਸ ਦੇ ਹਨ ਉਹ ਮਿਲੇ ਹਨ ਓਮੋ ਇਨ ਇਥੋਪੀਆ ਅਤੇ ਆਲਦੋਵਾਈ ਗੋਰਜ ਵਿੱਚ। ਕਿਸ ਦੇ ਫੋਸਿਲਸ ਮਿਲੇ ਹਨ, ਇਥੋਪੀਆ ਦੇ ਵਿੱਚ, ਅਤੇ ਆਲਦੋਵਾਈ ਗੋਰਜ ਜਿਹੜੀ ਸੁਰੰਗ ਸੀ, ਇੱਥੋਂ ਫੋਸਿਲਸ ਮਿਲੇ ਹਨ ਹੋਮੋ ਹੈਬਿਲਸ ਦੇ। ਉਸ ਤੋਂ ਅੱਗੇ ਤੰਜਾਨੀਆ ਵਿੱਚ ਜੋ ਸ਼ੁਰੂਆਤੀ ਫੋਸਿਲਸ ਹੋਮੋ ਇਰੈਕਟਸ ਦੇ ਹਨ, ਉਹ ਅਫਰੀਕਾ ਤੇ ਏਸ਼ੀਆ ਦੋਵਾਂ ਥਾਵਾਂ ਤੋਂ ਹੀ ਮਿਲੇ ਹਨ। ਕੋਬੀਫੋਰਾ ਅਤੇ ਵੈਸਟ ਤੁਰਕਾਨਾ, ਕੀਨੀਆ, ਮੋਜੋਕਰਤੋ ਐਂਡ ਸੈਂਗੀਰਮ, ਜਾਵਾ, ਇਹ ਥਾਵਾਂ ਹਨ ਜਿੱਥੇ ਹੋਮੋ ਇਰੈਕਟਸ ਦੇ ਫੋਸਿਲਸ ਮਿਲੇ, ਕਲੀਅਰ। ਇੱਥੋਂ ਹੋਮੋ ਇਰੈਕਟਸ ਦੇ ਫੋਸਿਲਸ ਮਿਲੇ ਹਨ। ਇਸ ਤਰ੍ਹਾਂ ਜੋ ਫੋਸਿਲਸ ਏਸ਼ੀਆ ਵਿੱਚ ਮਿਲੇ ਹਨ ਉਹ ਅਫਰੀਕਾ ਵਿੱਚ ਮਿਲੇ। ਫੋਸਿਲਸ ਤੋਂ ਬਾਅਦ ਦੀ ਡੇਟ ਦੇ ਹਨ ਜੋ ਏਸ਼ੀਆ ਵਿੱਚ ਮਿਲੇ ਹਨ, ਅਫਰੀਕਾ ਵਿੱਚ ਮਿਲੇ ਫੋਸਿਲਸ ਤੋਂ ਬਾਅਦ ਦੀ ਡੇਟ ਦੇ ਹਨ, ਪਹਿਲਾਂ ਅਫਰੀਕਾ ਵਿੱਚ ਮਿਲੇ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਹੋਮੀਨਿਡਸ ਮਾਈਗ੍ਰੇਟ ਕਰ ਗਏ ਸਨ ਈਸਟ ਅਫਰੀਕਾ ਤੋਂ ਸਾਊਦਰਨ ਤੇ ਨਾਰਥਰਨ ਅਫਰੀਕਾ ਵੱਲ, ਸਾਊਦਰਨ ਤੇ ਨਾਰਥਰਨ ਈਸਟਰਨ ਏਸ਼ੀਆ ਵੱਲ, ਤੇ ਸ਼ਾਇਦ ਯੂਰਪ ਵੱਲ ਵੀ ਮਾਈਗ੍ਰੇਟ ਕਰ ਗਏ ਸਨ। ਇਹ ਗੱਲ ਲਗਭਗ 2 ਤੋਂ 1.5 MYA ਦੀ ਹੋਵੇਗੀ। ਇਹ ਗੱਲ ਇੰਨੀ ਪੁਰਾਣੀ ਹੋਵੇਗੀ ਜਦੋਂ ਇਹ ਅਫਰੀਕਾ ਤੋਂ ਕੀ ਹੈ ਹੋਮੋਜ਼ ਮਾਈਗ੍ਰੇਟ ਕਰਕੇ ਅਲੱਗ-ਅਲੱਗ ਥਾਵਾਂ ਤੇ ਇਹ ਚਲੇ ਗਏ ਸਨ। ਇਸ ਪ੍ਰਜਾਤੀ ਨੇ ਲਗਭਗ ਮਿਲੀਅਨਸ ਈਅਰਸ ਤੱਕ ਸਰਵਾਈਵ ਕੀਤਾ। ਕੁਝ ਉਦਾਹਰਨਾਂ ਸਾਨੂੰ ਇਹ ਵੀ ਮਿਲਦੀਆਂ ਹਨ ਕਿ ਫੋਸਿਲਸ ਦੇ ਨਾਮ ਉਹਨਾਂ ਥਾਵਾਂ ਤੇ ਵੀ ਰੱਖ ਲਏ ਗਏ ਜਿਨ੍ਹਾਂ ਥਾਵਾਂ ਤੇ ਉਹ ਪਹਿਲੀ ਵਾਰ ਮਿਲੇ। ਹੁਣ ਜਿੱਥੋਂ ਉਹ ਫੋਸਿਲਸ ਮਿਲਦੇ ਉਸੇ ਦੇ ਅਨੁਸਾਰ ਉਹਨਾਂ ਦੇ ਨਾਮ ਰੱਖ ਦਿੱਤੇ ਜਾਂਦੇ। ਜਿਵੇਂ ਕਿ ਜੋ ਫੋਸਿਲਸ ਹੈਦਲਬਰਗ ਜੋ ਕਿ ਇੱਕ ਸਿਟੀ ਹੈ ਜਰਮਨੀ ਵਿੱਚ, ਉੱਥੇ ਮਿਲੇ, ਉਹਨਾਂ ਦੇ ਨਾਮ ਹੋਮੋ ਹੈਦਲਬਰਜੈਂਸਿਸ ਰੱਖ ਦਿੱਤਾ ਗਿਆ। ਜਦਕਿ ਜੋ ਨਿਐਂਡਰ ਵੈਲੀ ਵਿੱਚ ਮਿਲੇ ਉਹਨਾਂ ਨੂੰ ਹੋਮੋ ਨਿਐਂਡਰ ਥੈਲੈਂਸਿਸ ਕਿਹਾ ਗਿਆ।
ਜੋ ਫੋਸਲਸ ਸ਼ੁਰੂ ਵਿੱਚ ਯੂਰਪ ਵਿੱਚ ਮਿਲੇ ਉਹ ਜ਼ਿਆਦਾਤਰ ਹੋਮੋ ਹੈਦਲਬਰਜੈਂਸਿਸ ਤੇ ਹੋਮੋ ਨੈਂਡਰਥੈਲੈਂਸਿਸ ਹਨ। ਦੋਵੇਂ ਹੀ ਬਹੁਤ ਪੁਰਾਣੇ ਹੋਮੋ ਸੈਪੀਅਨਸ ਨਾਲ ਸੰਬੰਧਿਤ ਹਨ। ਜੋ ਫੋਸਲਸ ਹੋਮੋ ਹੈਦਲਬਰਜੈਂਸਿਸ ਦੇ ਮਿਲੇ ਹਨ ਉਹ ਹੋਰ ਵੀ ਕਈ ਥਾਵਾਂ ਤੇ ਫੈਲੇ ਹੋਏ ਸਨ, ਜਿਵੇਂ ਕਿ ਅਫਰੀਕਾ, ਏਸ਼ੀਆ ਤੇ ਯੂਰਪ, ਅਤੇ ਜੋ ਨੈਂਡਰਥੈਲਸਿਸ ਸੀ ਉਹ ਯੂਰਪ ਤੇ ਵੈਸਟਰਨ ਤੇ ਸੈਂਟਰਲ ਏਸ਼ੀਆ ਵਿੱਚ ਮਿਲੇ। ਤੇ ਇਹ ਗੱਲ ਲਗਭਗ 35,000 ਤੋਂ 1,30,000 ਸਾਲਾਂ ਦੇ ਵਿੱਚ ਦੀ ਹੈ। ਇਹ ਵੈਸਟਰਨ ਯੂਰਪ ਵਿੱਚ ਹੀ ਅਲੋਪ ਹੋ ਗਏ ਲਗਭਗ 35,000 ਸਾਲ ਪਹਿਲਾਂ। ਜਦ ਕੰਪੈਰੀਜ਼ਨ ਕੀਤਾ ਗਿਆ ਆਸਟ੍ਰਾਲੋਪਿਥੀਕਸ ਦਾ ਹੋਮੋ ਨਾਲ ਤਾਂ ਕੀ ਪਤਾ ਲੱਗਿਆ ਕਿ ਹੋਮੋ ਦਾ ਬ੍ਰੇਨ ਵੱਡਾ ਹੈ, ਜਬਾੜਾ ਬਾਹਰ ਵੱਲ ਨੂੰ ਘੱਟ ਵਧਿਆ ਹੋਇਆ ਹੈ ਤੇ ਦੰਦ ਛੋਟੇ ਸਨ। ਹੁਣ ਇਹ ਵੇਖੋ, ਆਸਟ੍ਰਾਲੋਪਿਥੀਕਸ ਤੋਂ ਬਾਅਦ ਕਿਹੜਾ ਆਇਆ ਸੀ? ਹੋਮੋ। ਕਲੀਅਰ? ਹੋਮੋ ਦਾ ਜੋ ਕੀ ਸੀਗਾ, ਬ੍ਰੇਨ ਵੱਡਾ ਸੀ, ਜਬਾੜਾ ਬਾਹਰ ਵੱਲ ਨੂੰ ਘੱਟ ਵਧਿਆ ਹੋਇਆ ਸੀ ਤੇ ਦੰਦ ਵੀ ਛੋਟੇ ਸਨ। ਹੁਣ ਜਦ ਹੋਮੋ ਦੇ ਬ੍ਰੇਨ ਦਾ ਸਾਈਜ਼ ਵੱਡਾ ਸੀ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਉਹ ਜ਼ਿਆਦਾ ਸਮਝਦਾਰ ਸੀ ਤੇ ਉਸਦੀ ਕੀ ਹੈ, ਮੈਮਰੀ ਵੀ ਚੰਗੀ ਸੀ। ਹੁਣ ਜਿਸ ਤਰ੍ਹਾਂ ਦਾ ਜਬਾੜਾ ਮਿਲਿਆ ਹੈ ਤੇ ਦੰਦ ਮਿਲੇ ਹਨ, ਉਸ ਤੋਂ ਇਹ ਵੀ ਕਲੀਅਰ ਹੁੰਦਾ ਹੈ ਕਿ ਖਾਣ ਦੀਆਂ ਆਦਤਾਂ ਵਿੱਚ ਵੀ ਫਰਕ ਕਾਫੀ ਆ ਗਿਆ ਹੋਊਗਾ, ਬਦਲਾਅ ਆ ਗਿਆ ਹੋਊਗਾ। ਦ ਸਟੋਰੀ ਆਫ ਹਿਊਮਨ ਇਵੈਲੂਏਸ਼ਨ ਬੀ ਪਾਰਟ ਮਾਡਰਨ ਹਿਊਮਨ ਬੀਇੰਗਸ। ਜੇਕਰ ਤੁਸੀਂ ਇਸ ਚਾਰਟ ਵਿੱਚ ਦੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਜੋ ਸ਼ੁਰੂਆਤੀ ਸਬੂਤ ਮਿਲੇ ਹਨ ਹੋਮੋ ਸੈਪੀਅਨਸ ਦੇ, ਉਹ ਅਫਰੀਕਾ ਦੇ ਡਿਫਰੈਂਟ ਪਾਰਟਸ ਵਿੱਚ ਮਿਲੇ ਹਨ। ਇੱਥੋਂ ਇਹ ਪ੍ਰਸ਼ਨ ਉੱਠਦਾ ਹੈ ਕਿ ਇਨਸਾਨ ਦੀ ਉਤਪਤੀ ਜੋ ਹੋਈ ਹੈ ਉਸ ਦਾ ਸੈਂਟਰ ਕਿੱਥੇ ਹੈ? ਕੀ ਇਹ ਇੱਕ ਹੀ ਕੇਂਦਰ ਹੈ ਜਾਂ ਕਈ ਸਨ ਕੇਂਦਰ? ਇਹ ਜੋ ਮੁੱਦਾ ਹੈ ਆਧੁਨਿਕ ਮਨੁੱਖ ਦੀ ਉਤਪਤੀ ਦਾ, ਇਹ ਬਹੁਤ ਹੀ ਡਿਬੇਟ ਵਾਲਾ ਹੈ, ਬਹਿਸ ਵਾਲਾ ਮੁੱਦਾ ਹੈ। ਹੁਣ ਦੋ ਬਿਲਕੁਲ ਹੀ ਅਲੱਗ-ਅਲੱਗ ਵਿਚਾਰਧਾਰਾਵਾਂ ਹਨ ਜੋ ਪ੍ਰਚਲਿਤ ਹਨ। ਇਹ ਰੀਜਨਲ ਕੰਟੀਨਿਊਟੀ ਮਾਡਲ, ਭਾਵ ਕਈ ਥਾਵਾਂ ਤੇ ਉਤਪਤੀ। ਦੂਜੀ ਰਿਪਲੇਸਮੈਂਟ ਮਾਡਲ ਕਹਿੰਦੀ ਹੈ ਕਿ ਇੱਕ ਹੀ ਥਾਂ ਤੇ ਉਤਪਤੀ ਹੋਈ ਅਫਰੀਕਾ ਵਿੱਚ। ਇਹ ਦੋ ਅਲੱਗ-ਅਲੱਗ ਵਿਚਾਰਧਾਰਾਵਾਂ ਹਨ। ਰੀਜਨਲ ਕੰਟੀਨਿਊਟੀ ਮਾਡਲ ਦੇ ਅਨੁਸਾਰ ਜੋ ਪੁਰਾਣੇ ਹੋਮੋ ਸੈਪੀਅਨ ਸੀ, ਜੋ ਅਲੱਗ-ਅਲੱਗ ਖੇਤਰਾਂ ਵਿੱਚ ਸੀ, ਉਹਨਾਂ ਦੀ ਉਤਪਤੀ ਅਲੱਗ-ਅਲੱਗ ਰੇਟਸ ਤੇ ਹੋਈ, ਭਾਵ ਅਲੱਗ-ਅਲੱਗ ਰੂਪਾਂ ਵਿੱਚ ਮਾਡਰਨ ਹਿਊਮਨਸ ਦੀ ਫਾਰਮ ਵਿੱਚ। ਅਤੇ ਜੋ ਅਪੀਅਰੈਂਸ ਸੀ, ਦਿੱਖ ਸੀ, ਅਲੱਗ-ਅਲੱਗ ਪਾਰਟਸ ਦੇ ਵਿੱਚ ਮਾਡਰਨ ਹਿਊਮਨ ਦੀ, ਉਹ ਵੀ ਅਲੱਗ-ਅਲੱਗ ਸੀ। ਇਸ ਬਹਿਸ ਦਾ ਆਧਾਰ ਇਹ ਵੀ ਹੈ ਕਿ ਜੋ ਅੱਜ ਕੱਲ੍ਹ ਦੇ ਮਨੁੱਖ ਹਨ ਉਹਨਾਂ ਵਿੱਚ ਵੀ ਖੇਤਰਾਂ ਦੀ ਵਜ੍ਹਾ ਨਾਲ ਡਿਫਰੈਂਸਸ ਹਨ। ਜੋ ਇਸ ਵਿਚਾਰ ਨਾਲ ਸਹਿਮਤ ਹਨ ਉਹ ਕਹਿੰਦੇ ਹਨ ਕਿ ਇਹ ਜੋ ਅੰਤਰ ਹਨ, ਡਿਸਸਿਮਿਲੈਰਿਟੀਜ਼ ਹਨ, ਇਹ ਇਸ ਵਜ੍ਹਾ ਨਾਲ ਹਨ ਕਿ ਜੋ ਪਹਿਲਾਂ ਤੋਂ ਰਹਿ ਰਹੇ ਸਨ ਹੋਮੋ ਇਰੈਕਟਸ ਤੇ ਹੋਮੋ ਹੈਦਲਬਰਜੈਂਸਿਸ, ਇਹਨਾਂ ਦੀ ਪਾਪੂਲੇਸ਼ਨ ਸੇਮ ਰੀਜਨ ਤੋਂ ਸੀ। ਦ ਰਿਪਲੇਸਮੈਂਟ ਐਂਡ ਰੀਜਨਲ ਕੰਟੀਨਿਊਟੀ ਮਾਡਲਸ। ਰਿਪਲੇਸਮੈਂਟ ਮਾਡਲਸ ਦਿਖਾਉਂਦਾ ਹੈ ਕਿ ਜਿੰਨੀਆਂ ਵੀ ਪੁਰਾਣੀਆਂ ਕਿਸਮਾਂ ਸਨ ਮਨੁੱਖ ਦੀਆਂ, ਉਹ ਰਿਪਲੇਸ ਹੋ ਗਈਆਂ ਮਾਡਰਨ ਹਿਊਮਨਸ ਨਾਲ। ਮਾਡਰਨ ਹਿਊਮਨਸ ਆ ਗਏ, ਪੁਰਾਣੀਆਂ ਜੋ ਕੀ ਸਨ, ਜਿੰਨੀਆਂ ਵੀ ਮਨੁੱਖ ਦੀਆਂ ਜਾਤੀਆਂ ਸਨ ਉਹ ਖਤਮ ਹੋ ਗਈਆਂ ਸਨ। ਆਪਣੇ ਇਸ ਵਿਚਾਰ ਨੂੰ ਮਜ਼ਬੂਤੀ ਦੇਣ ਲਈ ਉਹ ਇਹ ਤੱਥ ਸਾਹਮਣੇ ਰੱਖਦੇ ਹਨ ਕਿ ਅੱਜ ਕੱਲ੍ਹ ਦੇ ਜੋ ਮਾਡਰਨ ਹਿਊਮਨਸ ਹਨ ਉਹਨਾਂ ਦੀ ਜੈਨੇਟਿਕ ਅਤੇ ਐਨਾਟੋਮਿਕਲ ਹੋਮੋਜੈਨਿਟੀ ਹੈ ਉਹ ਪੂਰੀ ਤਰ੍ਹਾਂ ਬਦਲ ਗਈ ਹੈ। ਵੀ ਅੱਜ ਕੱਲ੍ਹ ਦੇ ਜੋ ਮਨੁੱਖ ਹਨ ਨਾ, ਉਹਨਾਂ ਦੀ ਕੋਈ ਜੈਨੇਟਿਕ ਅਤੇ ਐਨਾਟੋਮਿਕਲ ਹੋਮੋਜੈਨਿਟੀ ਹੈ ਜੋ ਪੂਰੀ ਤਰ੍ਹਾਂ ਬਦਲ ਗਈ ਹੈ। ਜੋ ਇਹ ਵਿਚਾਰ ਦਿੰਦੇ ਹਨ ਉਹ ਇਹ ਵੀ ਕਹਿੰਦੇ ਹਨ ਕਿ ਜੋ ਇਹ ਬਹੁਤੇ ਜ਼ਿਆਦਾ ਸਿਮਿਲੈਰਿਟੀਜ਼ ਹਨ ਮਾਡਰਨ ਹਿਊਮਨ ਵਿੱਚ, ਇਹ ਇਸ ਕਰਕੇ ਹੈ ਕਿ ਉਹਨਾਂ ਦੇ ਜੋ ਫੋਰਫਾਦਰ ਸਨ ਉਹ ਇੱਕ ਸਿੰਗਲ ਓਰੀਜਨ ਤੋਂ ਸਨ ਜੋ ਕਿ ਅਫਰੀਕਾ ਤੋਂ ਸਨ। ਜੋ ਇੱਕ ਸਬੂਤ ਮਿਲਿਆ ਸੀ ਸਾਨੂੰ, ਫੋਸਿਲਸ ਮਿਲਿਆ ਸੀ ਮਾਡਰਨ ਹਿਊਮਨ ਦਾ, ਉਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹ ਰਿਪਲੇਸਮੈਂਟ ਮਾਡਲ ਹੈ। ਸਕਾਲਰਸ ਜੋ ਰਿਪਲੇਸਮੈਂਟ ਮਾਡਲ ਦੇ ਵਿਚਾਰ ਵਾਲੇ ਹਨ ਉਹ ਇਹ ਕਹਿੰਦੇ ਹਨ ਕਿ ਜੋ ਡਿਫਰੈਂਸਸ ਮਨੁੱਖਾਂ ਵਿੱਚ ਅੱਜ ਕੱਲ੍ਹ ਦੇਖੇ ਜਾਂਦੇ ਹਨ ਉਹ ਤਾਂ ਉਸ ਵਾਤਾਵਰਨ ਕਰਕੇ ਹਨ, ਕਿਉਂਕਿ ਜਿਹੋ ਜਿਹੇ ਵਾਤਾਵਰਨ ਵਿੱਚ ਉਹ ਰਹਿੰਦੇ ਹਨ ਆਪਣੇ ਆਪ ਨੂੰ ਉਸੇ ਅਨੁਸਾਰ ਢਾਲ ਲੈਂਦੇ ਹਨ। ਜੋ ਕਿਸੇ ਖਾਸ ਏਰੀਏ ਵਿੱਚ ਆ ਗਏ, ਉੱਥੇ ਪੱਕੇ ਤੌਰ ਤੇ ਵਸ ਗਏ,
ਜੋ ਉਹਨਾਂ ਵਿੱਚ ਚਿਹਰਿਆਂ ਦੇ ਡਿਫਰੈਂਸਸ ਹਨ ਉਹ ਇਲਾਕਿਆਂ ਦੀ ਵਜ੍ਹਾ ਨਾਲ ਹੀ ਹਨ ਅਤੇ ਉਤਪਤੀ ਇਹ ਇੱਕ ਹੀ ਜਗ੍ਹਾ ਅਫਰੀਕਾ ਤੋਂ ਮੰਨਦੇ ਹਨ। ਇਸ ਤੋਂ ਬਾਅਦ ਆਪਾਂ ਨੈਕਸਟ ਪੁਆਇੰਟ ਕਰਾਂਗੇ ਅਰਲੀ ਹਿਊਮਨਸ ਵੇ ਆਫ ਓਬਟੇਨਿੰਗ ਫੂਡ, ਵੀ ਉਹ ਭੋਜਨ ਜੋ ਅਰਲੀ ਮਨੁੱਖ ਸਨ ਭੋਜਨ ਕਿਵੇਂ ਪ੍ਰਾਪਤ ਕਰਦੇ ਸਨ। We will do from this part in next lecture. Thanks.